an Indian festival. Diwali is an important Indian festival. It generally falls in the month of November. It comes 20 days after Dussehra. Shri Ram came back to Ayodhya on this day. Shri Guru Hargobind was set free by the Mughal Emperor on this day. This festival is celebrated in every village and town. Houses and shops are painted in new colors. People light their homes with candles and electric lights. They buy sweets and toys. They distribute gifts among friends and relatives. Children enjoy fireworks at night. On this day, people worship Goddess Lakshmi. Some people gamble on this day. It is an evil. It should be ended. ਦੀਵਾਲੀ ਇੱਕ ਮਹੱਤਵਪੂਰਨ ਭਾਰਤੀ ਤਿਉਹਾਰ ਹੈ। ਇਹ ਆਮ ਤੌਰ 'ਤੇ ਨਵੰਬਰ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਇਹ ਦੀਵਾਲੀ ਤੋਂ ਇਟ ਕਮਸ 20 ਡੇਜ਼ ਆਫਟਰ ਦੁਸਹਿਰਾ। ਇਹ ਦੁਸਹਿਰਾ ਤੋਂ 20 ਦਿਨ ਬਾਅਦ ਵਿੱਚ ਮਨਾਇਆ ਜਾਂਦਾ ਹੈ। ਸ਼੍ਰੀ ਰਾਮ ਕੇਮ ਬੈਕ ਟੂ ਅਯੋਧਿਆ ਔਨ ਦਿਸ ਡੇ। ਸ਼੍ਰੀ ਰਾਮ ਇਸ ਦਿਨ ਅਯੋਧਿਆ ਤੋਂ ਵਾਪਸ ਪਰਤੇ ਸਨ। ਸ਼੍ਰੀ ਗੁਰੂ ਹਰਗੋਬਿੰਦ ਵਾਜ ਸੈਟ ਫਰੀ ਬਾਏ ਦਾ ਮੁਗਲ ਅੰਪਾਇਰ ਔਨ ਦਿਸ ਡੇ। ਸ਼੍ਰੀ ਹਰਗੋਬਿੰਦ ਜੀ ਨੂੰ ਮੁਗਲ ਸਮਰਾਟ ਨੇ ਇਸ ਦਿਨ ਰਿਹਾ ਕੀਤਾ ਸੀ। This festival is celebrated in every village and town. ਇਹ ਤਿਉਹਾਰ ਹਰ ਪਿੰਡ ਅਤੇ ਸ਼ਹਿਰ ਵਿੱਚ ਮਨਾਇਆ ਜਾਂਦਾ ਹੈ। Houses and shops are painted in new colors. ਘਰ ਅਤੇ ਦੁਕਾਨਾਂ ਨੂੰ ਨਵਾਂ ਰੰਗ ਕੀਤਾ ਜਾਂਦਾ ਹੈ। People light their homes with candles and electric lights. ਲੋਕ ਆਪਣੇ ਘਰਾਂ ਨੂੰ ਮੋਮਬੱਤੀਆਂ ਅਤੇ ਇਲੈਕਟ੍ਰਿਕ ਲਾਈਟਸ ਦੀਪਮਾਲਾ ਨਾਲ ਰੌਸ਼ਨ ਕਰਦੇ ਹਨ। ਦੇ ਬਾਏ ਸਵੀਟਸ ਐਂਡ ਟੋਇਜ਼। ਉਹ ਮਿਠਾਈਆਂ ਅਤੇ ਖਿਡੌਣੇ ਖਰੀਦਦੇ ਹਨ। ਦੇ ਡਿਸਟਰੀਬਿਊਟ ਗਿਫਟਸ ਅਮੰਗ ਫਰੈਂਡਸ ਐਂਡ ਰਿਲੇਟਿਵਸ। ਉਹ ਆਪਣੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਵਿੱਚ ਤੋਹਫੇ ਵੰਡਦੇ ਹਨ। ਚਿਲਡਰਨ ਇੰਜੋਏ ਫਾਇਰਵਰਕਸ ਐਟ ਨਾਈਟ। ਬੱਚੇ ਰਾਤ ਨੂੰ ਪਟਾਕੇ ਚਲਾਉਂਦੇ ਹਨ। ਔਨ ਦਿਸ ਡੇ ਪੀਪਲ ਵਰਸ਼ਿਪ ਗੋਡਸ ਲਕਸ਼ਮੀ। ਇਸ ਦਿਨ ਲੋਕ ਮਾਤਾ ਲਕਸ਼ਮੀ ਦੀ ਪੂਜਾ ਕਰਦੇ ਹਨ। ਸਮ ਪੀਪਲ ਗੈਂਬਲ ਔਨ ਦਿਸ ਡੇ। ਕੁਝ ਲੋਕ ਇਸ ਦਿਨ ਜੂਆ ਖੇਡਦੇ ਹਨ। ਇਟ ਇਜ਼ ਐਨ ਇਵਲ। ਇਹ ਇੱਕ ਬੁਰਾਈ ਹੈ। ਇਟ ਸ਼ੁੱਡ ਬੀ ਐਂਡਡ। Good manners. Good manners keep the machine of life running smoothly. They are necessary in every walk of life. They are double blessing. They give us inner joy and also keep others happy. For example, a shopkeeper with good manners pleases his customers. He also gains in his business. A student having good manners pleases his teachers, and in turn they shower their love on him. Good manners are like a sunny day. They cheer our spirit and win us friends. If we have good manners, we can make the journey of life pleasant not only for others but also for ourselves. Good manners keep the machine of life running smoothly. ਚੰਗੇ ਵਿਵਹਾਰ
ਸਾਡੀ ਜ਼ਿੰਦਗੀ ਦੀ ਮਸ਼ੀਨ ਨੂੰ ਵਧੀਆ ਚਲਾਉਣ ਵਿੱਚ ਮਦਦ ਕਰਦੇ ਨੇ। ਦੇ ਆਰ ਨਸੈਸਰੀ ਇਨ ਐਵਰੀ ਵਾਕ ਆਫ ਲਾਈਫ, ਇਹ ਜ਼ਿੰਦਗੀ ਦੇ ਹਰ ਖੇਤਰ ਵਿੱਚ ਜ਼ਰੂਰੀ ਹਨ। ਦੇ ਆਰ ਅ ਡਬਲ ਬਲੈਸਿੰਗ, ਇਹ ਸਾਡੇ ਲਈ ਡਬਲ ਬਲੈਸਿੰਗ ਦੀ ਤਰ੍ਹਾਂ ਹਨ, ਦੂਰੇ ਆਸ਼ੀਰਵਾਦ ਦੀ ਤਰ੍ਹਾਂ ਹਨ। ਦੇ ਗਿਵ ਅਸ ਇਨਰ ਜੋਏ ਐਂਡ ਆਲਸੋ ਕੀਪ ਅਦਰਸ ਹੈਪੀ, ਇਹ ਸਾਨੂੰ ਅੰਦਰੂਨੀ ਖੁਸ਼ੀ ਦਿੰਦੇ ਹਨ ਅਤੇ ਦੂਸਰਿਆਂ ਨੂੰ ਵੀ। ਫਾਰ ਐਗਜ਼ਾਮਪਲ, ਉਦਾਹਰਨ ਦੇ ਲਈ, ਅ ਸ਼ੌਪਕੀਪਰ ਵਿਦ ਗੁੱਡ ਮੈਨਰਸ ਪਲੀਜ਼ ਹਿਜ ਕਸਟਮਰਸ, ਇੱਕ ਸ਼ੌਪਕੀਪਰ ਹੈ ਜੋ ਉਹ ਗੁੱਡ ਮੈਨਰਸ ਦੇ ਨਾਲ, ਚੰਗੇ ਵਰਤਾਓ ਦੇ ਨਾਲ ਆਪਣੇ ਗਾਹਕਾਂ ਨੂੰ ਖੁਸ਼ ਕਰਦਾ ਹੈ। ਹੀ ਆਲਸੋ ਗੇਨਸ ਇਨ ਹਿਜ ਬਿਜ਼ਨਸ, ਅਤੇ ਉਹ ਆਪਣੇ ਬਿਜ਼ਨਸ ਵਪਾਰ ਦੇ ਵਿੱਚ ਤਰੱਕੀ ਕਰਦਾ ਹੈ। ਆ ਸਟੂਡੈਂਟ ਹੈਵਿੰਗ ਗੁੱਡ ਮੈਨਰਸ ਪਲੀਜ਼ਸ ਹਿਜ ਟੀਚਰਸ, ਜਿਨ੍ਹਾਂ ਵਿਦਿਆਰਥੀਆਂ ਦਾ ਚੰਗਾ ਵਿਵਹਾਰ ਹੈ ਉਹ ਆਪਣੇ ਅਧਿਆਪਕਾਂ ਨੂੰ ਖੁਸ਼ ਰੱਖਦੇ ਹਨ। ਐਂਡ ਇਨ ਟਰਨ ਦੇ ਸ਼ੋਅਰ ਦੇਅਰ ਲਵ ਔਨ ਹਿਮ, ਅਤੇ ਇਸ ਦੇ ਬਦਲੇ ਅਧਿਆਪਕ ਉਹਨਾਂ ਨੂੰ ਪ੍ਰੇਮ ਦਿੰਦੇ ਹਨ। ਗੁੱਡ ਮੈਨਰਸ ਆਰ ਲਾਈਕ ਅ ਸਨੀ ਡੇ, ਗੁੱਡ ਮੈਨਰਸ ਨੇ ਜੋ ਉਹ ਇੱਕ ਨਿੱਘੇ ਦਿਨਾਂ ਦੀ ਤਰ੍ਹਾਂ ਹੁੰਦੇ ਹਨ। ਦੇ ਚੀਅਰ ਆਰ ਸਪਿਰਿਟ ਐਂਡ ਵਿਨ ਅਸ ਫਰੈਂਡਸ, ਉਹ ਸਾਡੀ ਆਤਮਾ ਨੂੰ ਖੁਸ਼ ਕਰਦੇ ਹਨ ਅਤੇ ਸਾਡੇ ਲਈ ਮਿੱਤਰ ਬਣਾਉਂਦੇ ਹਨ। ਇਫ ਵੀ ਹੈਵ ਗੁੱਡ ਮੈਨਰਸ, ਜੇ ਸਾਡੇ ਵਿਵਹਾਰ ਚੰਗੇ ਹਨ, ਸਾਡਾ ਵਰਤਾਓ ਚੰਗਾ ਹੈ, ਵੀ ਕੈਨ ਮੇਕ ਦ ਜਰਨੀ ਆਫ ਲਾਈਫ ਪਲੀਸ਼ੈਂਟ, ਅਸੀਂ ਜ਼ਿੰਦਗੀ ਦੇ ਸਫ਼ਰ ਨੂੰ ਖੁਸ਼ ਬਣਾ ਲੈਂਦੇ ਹਾਂ। ਨਾਟ ਓਨਲੀ ਫॉर ਅਦਰਸ, ਕੇਵਲ ਦੂਜਿਆਂ ਦੇ ਲਈ ਨਹੀਂ, ਬਟ ਆਲਸੋ ਫॉर ਆਰਸੈਲਫ, ਅਸੀਂ ਆਪਣੇ ਲਈ ਵੀ ਉਸ ਨੂੰ ਖੁਸ਼ ਬਣਾ ਲੈਂਦੇ ਹਾਂ। ਥਰਡ, ਮਾਈ ਮਦਰਲੈਂਡ, ਇੰਡੀਆ ਇਜ਼ ਮਾਈ ਮਦਰਲੈਂਡ, ਮੋਸਟ ਆਫ ਦ ਪੀਪਲ ਹੇਅਰ ਲਿਵ ਇਨ ਵਿਲੇਜਸ, ਇੰਡੀਆ ਮੇਰੀ ਮਾਤਰ ਭੂਮੀ ਹੈ, ਬਹੁਤੇ ਲੋਕ ਪਿੰਡਾਂ ਵਿੱਚ ਰਹਿੰਦੇ ਹਨ। ਦੇਰ ਆਰ ਮੈਨੀ ਬਿਗ ਸਿਟੀਜ਼ ਆਲਸੋ, ਇੱਥੇ ਬਹੁਤ ਵੱਡੇ ਸ਼ਹਿਰ ਹਨ। ਮੁੰਬਈ, ਦਿੱਲੀ, ਕੋਲਕਾਤਾ ਐਂਡ ਚੇਨਈ ਆਰ ਸਮ ਆਫ ਦੈਮ, ਜਿਨ੍ਹਾਂ ਦੇ ਵਿੱਚੋਂ ਮੁੰਬਈ, ਦਿੱਲੀ, ਕੋਲਕਾਤਾ ਅਤੇ ਚੇਨਈ ਵੱਡੇ ਸ਼ਹਿਰ ਹਨ। ਇੰਡੀਆ ਇਜ਼ ਅ ਲੈਂਡ ਆਫ ਸੈਂਟਸ, ਭਾਰਤ ਸੰਤਾਂ ਦੀ ਧਰਤੀ ਹੈ। ਇਟ ਇਜ਼ ਦ ਲੈਂਡ ਆਫ ਕਾਲੀਦਾਸ, ਕਬੀਰ ਐਂਡ ਗੁਰੂ ਨਾਨਕ, ਇਹ ਕਾਲੀਦਾਸ, ਕਬੀਰ, ਗੁਰੂ ਨਾਨਕ ਦੀ ਧਰਤੀ ਹੈ। ਇੰਡੀਆ ਇਜ਼ ਅ ਵੈਰੀ ਬਿਗ ਕੰਟਰੀ, ਇੰਡੀਆ ਇੱਕ ਵੱਡਾ ਦੇਸ਼ ਹੈ। ਇਨ ਇਟਸ ਨਾਰਥ, ਇਸ ਦੇ ਨਾਰਥ ਵਿੱਚ, ਉੱਤਰ ਵਿੱਚ, ਦੇਅਰ ਆਰ ਦਾ ਹਿਮਾਲਿਆਜ਼, ਇਸ ਦੇ ਉੱਤਰ ਵਿੱਚ ਹਿਮਾਲਿਆ ਪਰਬਤ ਹਨ। ਦੇ ਆਰ ਦਾ ਹਾਈਐਸਟ ਮਾਊਂਟੇਨਸ ਇਨ ਦਾ ਵਰਲਡ, ਇਹ ਸੰਸਾਰ ਵਿੱਚ ਸਭ ਤੋਂ ਉੱਚੇ ਪਰਬਤ ਹਨ। ਦ ਇੰਡੀਅਨ ਓਸ਼ੀਅਨ ਇਜ਼ ਇਨ ਇਟਸ ਸਾਊਥ, ਹਿੰਦ ਮਹਾਸਾਗਰ ਇਸ ਦੇ ਦੱਖਣ ਵਿੱਚ ਹੈ। ਇੰਡੀਆ ਇਜ਼ ਏ ਲੈਂਡ ਆਫ ਬਿਗ ਫੋਰੈਸਟਸ, ਲੇਕਸ, ਵੈਲੀਜ਼ ਐਂਡ ਰਿਵਰਸ, ਭਾਰਤ ਵੱਡੇ ਜੰਗਲਾਂ, ਝੀਲਾਂ, ਘਾਟੀਆਂ ਅਤੇ ਨਦੀਆਂ ਦੀ ਧਰਤੀ ਹੈ। ਦੇ ਐਡਡ ਟੂ ਇਟਸ ਬਿਊਟੀ, ਇਹ ਇਸ ਦੀ ਸੁੰਦਰਤਾ ਵਧਾਉਂਦੇ ਹਨ। ਦ ਸੋਇਲ ਆਫ ਇੰਡੀਆ ਇਜ਼ ਵੈਰੀ ਫਰਟਾਈਲ, ਭਾਰਤ ਦੀ ਭੂਮੀ ਬੜੀ ਉਪਜਾਊ ਹੈ, ਫਰਟਾਈਲ, ਉਪਜਾਊ। ਇਟ ਗਿਵਜ਼ ਅਸ ਮੈਨੀ ਕਾਈਂਡਸ ਆਫ ਕ੍ਰੌਪਸ, ਇਹ ਸਾਨੂੰ ਬੜੀਆਂ ਕਿਸਮਾਂ ਦੀਆਂ ਫਸਲਾਂ ਦਿੰਦੀ ਹੈ, ਕ੍ਰੌਪਸ, ਫਸਲਾਂ। ਇੰਡੀਆ ਇਜ਼ ਏ ਲੈਂਡ ਆਫ ਲਾਇਨਸ, ਟਾਈਗਰਸ ਐਂਡ ਐਲੀਫੈਂਟਸ, ਭਾਰਤ ਸ਼ੇਰਾਂ, ਚੀਤਿਆਂ ਅਤੇ ਹਾਥੀਆਂ ਦੀ ਧਰਤੀ ਹੈ। ਐਂਡ ਇੰਡੀਅਨਸ ਆਰ ਬਰੇਵ ਐਂਡ ਵਾਈਜ਼ ਪੀਪਲ, ਭਾਰਤੀ ਬਹਾਦਰ ਅਤੇ ਬੁੱਧੀਮਾਨ ਲੋਕ ਹਨ। ਦੇ ਆਰ ਪੀਸ ਲਵਿੰਗ ਪੀਪਲ, ਇਹ ਸ਼ਾਂਤੀ ਅਤੇ ਪ੍ਰੇਮ ਕਰਨ ਵਾਲੇ ਲੋਕ ਹਨ। ਆਈ ਐਮ ਪ੍ਰਾਊਡ ਆਫ ਮਾਈ ਕੰਟਰੀ, ਮੈਨੂੰ ਆਪਣੇ ਦੇਸ਼ 'ਤੇ ਮਾਣ ਹੈ। ਐਂਡ ਇਟਸ ਪੀਪਲ, ਇਸ ਦੇ ਲੋਕਾਂ 'ਤੇ ਮਾਣ ਹੈ। ਸਾਡਾ ਚੌਥਾ ਪੈਰਾਗ੍ਰਾਫ, ਫੈਸ਼ਨ ਅਮੰਗ ਸਟੂਡੈਂਟਸ, ਵਿਦਿਆਰਥੀਆਂ ਦੇ ਵਿੱਚ ਫੈਸ਼ਨ। ਮੋਸਟ ਆਫ ਦ ਟਾਈਮ ਆਫ ਸਟੂਡੈਂਟਸ ਇਜ਼ ਸਪੈਂਟ ਇਨ ਫਰੰਟ ਆਫ ਦ ਮਿਰਰ, ਬਹੁਤ ਸਾਰੇ ਵਿਦਿਆਰਥੀ ਸ਼ੀਸ਼ੇ ਅੱਗੇ ਆਪਣਾ
ਸਮਾਂ ਗੁਜ਼ਾਰਦੇ ਹਨ। ਮਿਰਰ ਸੀਸਾ ਸਪੈਂਟ ਗੁਜ਼ਾਰਨਾ। ਦੇ ਵਾਂਟ ਟੂ ਡੈਕੋਰੇਟ ਦੈਮਸੈਲਵਸ ਇਨ ਸੱਚ ਏ ਵੇ ਐਜ਼ ਟੂ ਅਟਰੈਕਟ ਐਵਰੀ ਆਈ। ਉਹ ਆਪਣੇ ਆਪ ਨੂੰ ਇਸ ਤਰ੍ਹਾਂ ਡੈਕੋਰੇਟ ਕਰਦੇ ਨੇ, ਸਜਾਉਂਦੇ ਨੇ, ਤਾਂ ਕਿ ਹਰ ਇੱਕ ਅੱਖ ਉਹਨਾਂ ਨੂੰ ਦੇਖੇ। ਉਹ ਹਰ ਇੱਕ ਅੱਖ ਨੂੰ, ਹਰ ਇੱਕ ਨੂੰ ਅਟਰੈਕਟ ਕਰਨਾ ਚਾਹੁੰਦੇ ਆਪਣੇ ਵੱਲ, ਹਰ ਇੱਕ ਦੀ ਨਜ਼ਰ ਨੂੰ, ਤਾਂ ਕਿ ਹਰ ਇੱਕ ਉਹਨਾਂ ਵੱਲ ਦੇਖੇ। ਇਨ ਦੇਅਰ ਡਿਜ਼ਾਇਰਸ ਟੂ ਲੁੱਕ ਮਾਡਰਨ ਐਂਡ ਅਟਰੈਕਟਿਵ, ਇਨ ਦੇਅਰ ਡਿਜ਼ਾਇਰ ਟੂ ਲੁੱਕ ਮਾਡਰਨ ਐਂਡ ਅਟਰੈਕਟਿਵ ਦੇ ਗੋ ਕ੍ਰੇਜ਼ੀ ਫॉर ਨਿਊ ਫੈਸ਼ਨਸ। ਉਹ ਆਪਣੇ ਆਪ ਨੂੰ ਮਾਡਰਨ ਅਤੇ ਅਟਰੈਕਟਿਵ ਦਿਖਾਉਣ ਦੇ ਲਈ, ਫੈਸ਼ਨਸ ਦੇ ਲਈ ਕ੍ਰੇਜ਼ੀ ਹੋ ਜਾਂਦੇ ਨੇ, ਪਾਗਲ ਹੋ ਜਾਂਦੇ ਨੇ ਫੈਸ਼ਨਸ ਦੇ ਲਈ। ਦੇ ਡਰੈਸ ਦੈਮਸੈਲਵਸ ਇਨ ਦਾ ਲੇਟੈਸਟ ਸਟਾਈਲਸ। ਉਹ ਆਪਣੇ ਆਪ ਨੂੰ ਲੇਟੈਸਟ ਸਟਾਈਲਸ ਦੇ ਵਿੱਚ ਰੱਖਦੇ ਨੇ, ਲੇਟੈਸਟ ਸਟਾਈਲ ਦੀਆਂ ਡਰੈਸਿਸ, ਕੱਪੜੇ ਪਹਿਨਦੇ ਨੇ। ਵਿਦ ਐਵਰੀ ਚੇਂਜ ਇਨ ਫੈਸ਼ਨ ਦੇਅਰ ਹੇਅਰ ਸਟਾਈਲਸ ਆਲਸੋ ਚੇਂਜ। ਜਿਸ ਤਰ੍ਹਾਂ ਫੈਸ਼ਨ ਚੇਂਜ ਹੁੰਦਾ ਹੈ, ਉਹ ਆਪਣੇ ਵਾਲਾਂ ਦੀ ਸਟਾਈਲ ਵੀ ਬਦਲਦੇ ਨੇ। ਟੂ ਬੀ ਇਨ ਦਾ ਲੇਟੈਸਟ ਫੈਸ਼ਨ ਸੀਮਸ ਟੂ ਬੀ ਦਾ ਓਨਲੀ ਕੇਅਰ ਆਫ ਆਰ ਯੰਗ ਬॉयज़ ਐਂਡ ਗਰਲਸ। ਟੂ ਬੀ ਇਨ ਦਾ ਲੇਟੈਸਟ ਫੈਸ਼ਨ, ਜੋ ਲੇਟੈਸਟ ਫੈਸ਼ਨ ਨੇ, ਸੀਮਸ ਟੂ ਬੀ ਦਾ ਓਨਲੀ ਕੇਅਰ ਆਫ ਆਰ ਯੰਗ ਬॉयज़ ਐਂਡ ਗਰਲਸ। ਲੱਗਦਾ ਉਹ ਆਪਣੇ ਯੰਗ ਬॉयज़ ਐਂਡ ਗਰਲਸ ਵਾਸਤੇ ਹੀ ਹਨ। ਦੇ ਕੇਅਰ ਸੋ ਮਚ ਫॉर ਦੇਅਰ exteriors that they have no time to tend to their interiors। ਉਹ ਸਾਰਾ ਸਮਾਂ ਆਪਣੇ ਐਕਸਟੈਰੀਅਰਸ, ਆਪਣੀ ਬਾਹਰੀ ਦਿੱਖ ਨੂੰ ਸਮਾਰਨ 'ਤੇ ਲੱਗੇ ਰਹਿੰਦੇ ਨੇ। ਉਹਨਾਂ ਕੋਲ ਆਪਣਾ ਅੰਦਰ ਝਾਕਣ ਦਾ ਸਮਾਂ ਨਹੀਂ ਹੁੰਦਾ, ਆਪਣੇ ਅੰਦਰੂਨੀ ਗੁਣਾਂ ਨੂੰ ਪਹਿਚਾਨਣ ਦਾ ਜਾਂ ਸਮਝਣ ਦਾ ਜਾਂ ਉਹਨਾਂ ਬਾਰੇ ਸੋਚਣ ਦਾ ਉਹਨਾਂ ਕੋਲ ਕੋਈ ਸਮਾਂ ਨਹੀਂ ਹੈ। ਇੰਟੈਰੀਅਰਸ ਬਾਰੇ ਉਹ ਬਿਲਕੁਲ ਨਹੀਂ ਸੋਚਦੇ। ਦੇ ਫਰੀਕੁਐਂਟ the beautician for facial but never visit the library for books, journals or periodicals। ਉਹ ਲਗਾਤਾਰ ਫੇਸ਼ੀਅਲ, ਚਿਹਰੇ ਦੀ ਸਜਾਵਟ ਵਾਸਤੇ ਬਿਊਟੀਸ਼ੀਅਨਸ ਕੋਲੇ ਜਾਂਦੇ ਰਹਿੰਦੇ ਨੇ, ਪਰ ਉਹ ਕਦੇ ਵੀ ਲਾਇਬ੍ਰੇਰੀ ਵਿੱਚ ਨਹੀਂ ਜਾਂਦੇ। ਜਰਨਲਸ ਐਂਡ ਪੀਰੀਓਡਿਕਲਸ, ਜਾਂ ਉਹਨਾਂ ਨੂੰ ਜਰਨਲ ਨੌਲੇਜ, ਪੀਰੀਓਡਿਕਲ ਨੌਲੇਜ, ਉਸ ਬਾਰੇ ਕੋਈ ਗਿਆਨ ਨਹੀਂ ਹੁੰਦਾ। ਇਫ ਐਵਰ ਦੇ ਕੈਰੀ ਸਮ ਬੁੱਕ ਔਰ ਜਰਨਲ ਇਨ ਦੇਅਰ ਹੈਂਡ, that too is never meant for reading but merely for the sake of fashion। ਜੇ ਉਹਨਾਂ ਦੇ ਹੱਥਾਂ ਦੇ ਵਿੱਚ ਕਿਤਾਬਾਂ ਹੋਣਗੀਆਂ, ਕਿਤਾਬਾਂ ਹੁੰਦੀਆਂ ਨੇ, ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਪੜ੍ਹਦੇ ਨੇ। is never meant for reading but merely for the sake of fashion। ਉਹ ਕੇਵਲ ਇਸ ਨੂੰ ਫੈਸ਼ਨ ਲਈ ਆਪਣੇ ਹੱਥਾਂ ਵਿੱਚ ਚੁੱਕਦੇ ਨੇ। I hate these modern clowns। ਤਾਂ ਮੈਨੂੰ ਇਹਨਾਂ ਮਾਡਰਨ ਕਲੋਨਸ ਨਾਲ ਨਫ਼ਰਤ ਹੈ। ਸਾਡਾ ਨੈਕਸਟ ਪੈਰਾਗ੍ਰਾਫ ਹੈ ਲੇਜ਼ਰ। ਲਾਈਫ ਇਜ਼ ਨਾਟ ਵਰਥ ਲਿਵਿੰਗ ਇਫ ਵੀ ਰਿਮੇਨ ਬਿਜ਼ੀ ਇਨ ਵਰਕ। ਇਹਦੀ ਹੈਡਿੰਗ ਦਿੱਤੀ ਹੋਈ ਹੈ, lot of energy wasted, restored for leisure, enjoy sights of nature, develop new tastes and creative hobbies। by men miss all this, overwork causes ailments, make right use of all leisures। ਅਸੀਂ ਹੁਣ ਇਹਨੂੰ ਪੜ੍ਹਦੇ ਹਾਂ। all work and no play makes Jack a dull boy। all work, ਸਾਰਾ ਦਿਨ ਕੰਮ ਕਰਨਾ, no play, ਖੇਡਣਾ ਨਾ, ਇਹ ਜੈਕ ਨੂੰ ਡਲ ਬਣਾ ਦਿੰਦਾ ਹੈ। ਇਹ ਇੱਕ ਕਹਾਵਤ ਹੈ ਜੀ, ਇਜ ਐਨ ਓਲਡ ਸੇਇੰਗ ਹੈ। ਤਾਂ ਲੇਜ਼ਰ ਕੀ ਹੁੰਦਾ? ਸੁਸਤਾਉਣਾ। ਥੋੜ੍ਹਾ ਜਿਹਾ ਮਨੁੱਖ ਨੂੰ ਵਿਹਲਾ ਵੀ ਰਹਿਣਾ ਚਾਹੀਦਾ, ਸੁਸਤਾਉਣਾ ਵੀ ਚਾਹੀਦਾ। ਲਾਈਫ ਇਜ਼ ਨਾਟ ਵਰਥ ਲਿਵਿੰਗ ਇਫ ਵੀ ਰਿਮੇਨ ਬਿਜ਼ੀ ਇਨ ਵਰਕ। ਲਾਈਫ ਇਜ਼ ਨਾਟ ਵਰਥ ਲਿਵਿੰਗ, ਤਾਂ ਜ਼ਿੰਦਗੀ ਵਰਥ ਲਿਵਿੰਗ ਨਹੀਂ ਹੁੰਦੀ, ਉਨੀ ਮਹੱਤਵਪੂਰਨ ਨਹੀਂ ਹੁੰਦੀ ਅਗਰ ਅਸੀਂ ਸਾਰਾ ਦਿਨ ਕੰਮ ਦੇ ਵਿੱਚ ਬਿਜ਼ੀ ਰਹਿੰਦੇ ਹਾਂ। ਰਿਮੇਨ ਮੈਨੇ ਰਹਿਣਾ ਬਿਜ਼ੀ। ਓਵਰ ਵਰਕ ਇਜ਼ ਇੰਜਰਸ ਟੂ ਹੈਲਥ।
ज़्यादा काम है ਜਿਹੜਾ ਉਹ ਸਿਹਤ ਨੂੰ ਖਰਾਬ ਕਰ ਦਿੰਦਾ ਹੈ। ਓਵਰ ਵਰਕ ਇਜ਼ ਇੰਜਰੀਸ ਟੂ ਹੈਲਥ। ਇੰਜਰੀਸ ਹੁੰਦਾ ਇੰਜਰਸ ਕਰ ਦੇਣਾ। ਓਵਰ ਵਰਕ ਇਜ਼ ਇੰਜਰੀਸ ਟੂ ਹੈਲਥ, ਜ਼ਖਮੀ ਕਰ ਦਿੰਦਾ ਹੈ। ਇਟ ਈਟਸ ਅਪ ਦਾ ਸਟੋਰ ਆਫ ਐਨਰਜੀ ਇਨ ਦਾ ਬੋਡੀ। ਇਹ ਬੋਡੀ ਦੇ ਵਿੱਚ ਜੋ ਐਨਰਜੀ ਹੁੰਦੀ ਹੈ ਉਸ ਨੂੰ ਖਾ ਜਾਂਦਾ ਹੈ। ਜੋ ਕੰਮ ਹੈ ਉਹ ਸਰੀਰ ਦੇ ਵਿੱਚ ਜੋ એનર્ਜੀ ਦਾ ਭੰਡਾਰ ਹੈ ਉਸ ਨੂੰ ਖਾ ਜਾਂਦਾ ਹੈ। ਦਿਸ એનર્ਜੀ ਇਜ਼ ਰੀਸਟੋਰਡ ਓਨਲੀ ਇਫ ਵੀ ਹੈਵ ਸਫੀਸ਼ੀਐਂਟ ਲੇਜ਼ਰ ਟੂ ਰਿਲੈਕਸ ਆਰ ਬੋਡੀ ਐਂਡ ਮਾਈਂਡ। ਇਹ એનર્ਜੀ ਤੋਂ ਦੁਬਾਰਾ ਫਿਰ ਹੀ ਪ੍ਰਾਪਤ ਕਰ ਸਕਦੇ ਹਾਂ, ਅਸੀਂ ਰੀਸਟੋਰ ਕਰ ਸਕਦੇ ਹਾਂ ਜੇਕਰ ਇਫ ਵੀ ਹੈਵ ਸਫੀਸ਼ੀਐਂਟ ਲੇਜ਼ਰ, ਜੇ ਅਸੀਂ ਸਫੀਸ਼ੀਐਂਟ ਲੋੜੀਂਦਾ ਆਰਾਮ ਕਰਾਂਗੇ, ਲੇਜ਼ਰ ਆਰਾਮ ਕਰਾਂਗੇ ਟੂ ਰਿਲੈਕਸ ਆਰ ਬੋਡੀ, ਆਪਣੀ ਬੋਡੀ ਨੂੰ ਰਿਲੈਕਸ ਕਰਨ ਵਾਸਤੇ, ਮਾਈਂਡ ਨੂੰ ਰਿਲੈਕਸ ਕਰਨ ਵਾਸਤੇ। ਡਿਊਰਿੰਗ ਲੇਜ਼ਰ ਆਰਸ ਵਨ ਕੈਨ ਇੰਜੋਏ ਦਾ ਵੇਰੀਅਸ ਸਾਈਟਸ ਆਫ ਨੇਚਰ। ਜਦੋਂ ਅਸੀਂ ਆਰਾਮ ਕਰਦੇ ਹਾਂ, ਸੁਸਤਾਉਂਦੇ ਹਾਂ, ਤਾਂ ਉਸ ਦੌਰਾਨ ਅਸੀਂ ਬਹੁਤ ਸਾਰੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣ ਸਕਦੇ ਹਾਂ। ਸਾਈਟਸ ਨਜ਼ਾਰੇ, ਨੇਚਰ, ਕੁਦਰਤ। ਵਨ ਕੈਨ ਜਸਟ stand and stare or gaze at the lovely stars or the flowing waters। ਤਾਂ ਕੋਈ ਵੀ ਖੜ ਕੇ stare of or gaze, stare ਮੈਨੇ ਟਕਟਕੀ ਲਾ ਕੇ ਲਗਾਤਾਰ ਦੇਖਣਾ, ਅਸੀਂ ਖੜ ਕੇ ਲਗਾਤਾਰ ਤਾਰੇ ਪਿਆਰੇ ਲਵਲੀ ਸਟਾਰਸ ਵੱਲ ਦੇਖ ਸਕਦੇ ਹਾਂ, ਵਹਿੰਦੇ ਹੋਏ ਪਾਣੀ ਵੱਲ ਦੇਖ ਸਕਦੇ ਹਾਂ, ਫਲੋਇੰਗ ਵਾਟਰਸ, ਇਹਦਾ ਆਨੰਦ ਲੈ ਸਕਦੇ ਹਾਂ। ਵਨ ਕੈਨ ਡਿਵੈਲਪ ਨਿਊ ਟੇਸਟਸ ਐਂਡ ਕ੍ਰੀਏਟਿਵ ਹੌਬੀਜ਼। ਕੋਈ ਵੀ ਹੈ ਜਿਹੜਾ ਉਹ ਡਿਵੈਲਪ ਵਿਕਸਿਤ ਕਰ ਸਕਦਾ ਨਿਊ ਟੇਸਟ, ਨਵੀਆਂ ਚੀਜ਼ਾਂ, ਕ੍ਰੀਏਟਿਵ ਹੈਬਿਟਸ, ਕ੍ਰੀਏਟਿਵ ਰਚਨਾਤਮਕ ਆਦਤਾਂ ਬਣਾ ਲੈਂਦਾ ਹੈ। ਕਿਵੇਂ? ਪੇਂਟਿੰਗ, ਫੋਟੋਗ੍ਰਾਫੀ, ਇਹ ਜਿਹੇ ਗੁਣ ਪੈਦਾ ਕਰ ਸਕਦਾ ਹੈ ਜਦੋਂ ਲੇਜ਼ਰ ਟਾਈਮ 'ਚ ਹੁੰਦਾ ਹੈ। ਐਨ ਓਵਰ ਬਿਜੀ ਮੈਨ ਮਿਸਿਸ ਦਾ ਬਿਊਟੀ ਆਫ ਆਲ ਦੀਸ ਥਿੰਗਸ। ਜਿਹੜਾ ਬਹੁਤ ਜ਼ਿਆਦਾ ਵਿਅਸਤ ਆਦਮੀ ਰਹਿੰਦਾ ਹੈ ਇਹਨਾਂ ਚੀਜ਼ਾਂ ਦਾ ਆਨੰਦ ਨਹੀਂ ਮਾਣ ਸਕਦਾ, ਉਹਨਾਂ ਨੂੰ ਮਿਸ ਕਰ ਦਿੰਦਾ ਹੈ। Overwork can also give rise to several ailments of the heart and the brain। Overwork ਹੈ, ਲੋੜ ਤੋਂ ਵੱਧ ਕੰਮ ਹੈ ਜਾਂ ਜ਼ਿਆਦਾ ਕੰਮ ਸਰੀਰ ਤੋਂ ਲੈਣਾ ਜਿਹੜਾ, ਉਹਦੇ ਨਾਲ ਰਾਈਜ਼ ਪੈਦਾ ਹੋ ਜਾਂਦੇ ਨੇ ਸੈਵਰਲ, ਬਹੁਤ ਸਾਰੇ ਏਲਮੈਂਟਸ ਹੁੰਦੀਆਂ ਨੇ, ਬਿਮਾਰੀਆਂ ਹਾਰਟ ਦੀਆਂ, ਬ੍ਰੇਨ ਦੀਆਂ, ਦਿਲ ਦਿਮਾਗ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ। ਨੋ ਡਾਊਟ ਇਟ ਇਜ਼ ਵਰਕ ਦੈਟ ਮੇਕਸ ਲਾਈਫ ਮੀਨਿੰਗਫੁਲ। ਨੋ ਡਾਊਟ, ਕੋਈ ਸ਼ੱਕ ਨਹੀਂ ਕਿ ਕੰਮ ਹੈ ਜਿਹਦੇ ਨਾਲ ਸਾਡੀ ਜ਼ਿੰਦਗੀ ਮੀਨਿੰਗਫੁਲ ਹੁੰਦੀ ਹੈ, ਮਹੱਤਵਪੂਰਨ ਹੁੰਦੀ ਹੈ। ਬਟ ਆਲ ਵਰਕ ਨੀਡਸ ਗੁੱਡ ਹੈਲਥ। ਪਰ ਸਾਰੇ ਵਰਕ ਨੂੰ ਕਰਨ ਵਾਸਤੇ ਸਾਨੂੰ ਗੁੱਡ ਹੈਲਥ ਦੀ ਜ਼ਰੂਰਤ ਹੈ। ਲੇਜ਼ਰ ਇਜ਼ ਵੈਰੀ essential ਫॉर ਦਾ ਮਾਡਰਨ ਮੈਨ। ਲੇਜ਼ਰ ਜੋ ਆਰਾਮ ਹੈ ਉਹ ਮਾਡਰਨ ਆਧੁਨਿਕ ਆਦਮੀ ਵਾਸਤੇ ਵੈਰੀ essential, ਬਹੁਤ ਜ਼ਰੂਰੀ ਹੈ। ਵੀ ਮਸਟ ਮੇਕ ਦਾ ਰਾਈਟ ਯੂਜ਼ ਆਫ ਲੇਜ਼ਰ। ਤਾਂ ਸਾਨੂੰ ਆਰਾਮ ਦਾ ਸਮਾਂ ਜਿਹੜਾ ਉਹਦਾ ਮਹੱਤਵਪੂਰਨ ਯੂਜ਼ ਕਰਨਾ ਚਾਹੀਦਾ ਹੈ। ਵੀ ਮਸਟ ਮੇਕ ਦਾ ਰਾਈਟ ਯੂਜ਼ ਆਫ ਲੇਜ਼ਰ। ਤਾਂ ਸਾਨੂੰ ਲੇਜ਼ਰ ਹੈ ਜੋ ਆਰਾਮ ਹੈ ਜੋ ਜ਼ਰੂਰ ਕਰਨਾ ਚਾਹੀਦਾ ਹੈ। ਥੈਂਕ ਯੂ।